ਅੰਗਰੇਜ਼ੀ ਦੇ ਵਿੱਚ ਕਹਿੰਦੇ ਨੇ ਜਸਟਿਸ ਡਿਲੇਡ ਇਜ਼ ਜਸਟਿਸ ਡਿਨਾਈਡ। ਕੀ ਲੱਗਦਾ ਕਿ ਕਦੀ ਆਸ ਦੀ ਉਮੀਦ ਹੁਣ ਤੁਹਾਨੂੰ ਹੈ, ਕਦੀ ਮਿਲੂਗਾ ਇਨਸਾਫ, ਜਾਂ ਇਹ ਆਸ ਛੱਡ ਦਿੱਤੀ ਹੈ? ਦੇਖੋ ਜੀ, ਹੁਣ ਜੋ ਹਾਈ ਕੋਰਟ ਦਾ ਫੈਸਲਾ ਆਇਆ ਇਹਦੇ 'ਚ ਤਾਂ ਆਸ ਬਿਲਕੁਲ ਹੀ ਖਤਮ ਕਰਤੀ ਨੇ, ਕਿਉਂਕਿ ਜੋ ਇਨਵੈਸਟੀਗੇਸ਼ਨ ਚੱਲਦੀ ਆ, 9 ਚਲਾਨ ਪੇਸ਼ ਹੁੰਦੇ ਆ, ਮਤਲਬ ਲੰਮਾ ਸਮਾਂ ਇਨਵੈਸਟੀਗੇਸ਼ਨ ਚੱਲਣ ਤੋਂ ਬਾਅਦ 'ਚ ਉਹਦੇ 'ਤੇ ਤਰੀਕਾਂ ਪੈਂਦੀਆਂ, ਬਹਿਸ ਹੁੰਦੀ ਆ, ਸੁਣਵਾਈ ਹੁੰਦੀ ਆ, ਚਲਾਨ ਦਿੱਤੇ ਜਾਂਦੇ ਆ, ਤਾਂ ਉਹਦੇ 'ਚ ਫੈਸਲੇ ਆ ਜਿਹੜੇ ਉਹ ਇੱਕਦਮ ਮੁੱਢੋਂ ਨਕਾਰ ਦੇਣ ਵਾਲੇ ਆਉਣੇ, ਖਾਰਜ ਕਰ ਦੇਣ ਵਾਲੇ ਆਉਣੇ, ਜ਼ੀਰੋ ਕਰ ਦੇਣ ਵਾਲੇ ਆਉਣੇ, ਤਾਂ ਉਹਦੇ ਨਾਲ ਨਿਆਂ ਪ੍ਰਣਾਲੀ ਸਵਾਲੀਆ ਚਿੰਨ੍ਹ ਬਣਦੀ ਆ। ਨਿਆਂ ਪ੍ਰਣਾਲੀ 'ਤੇ ਸਵਾਲ ਖੜ੍ਹੇ ਹੁੰਦੇ ਆ ਵੀ ਕੀ ਇਸ ਨਿਆਂ ਪ੍ਰਣਾਲੀ ਤੋਂ ਆਸ ਰੱਖ ਕੇ ਇੰਨਾ ਟਾਈਮ ਕੇਸ ਲੜਿਆ ਵੀ ਜਿਹਦਾ ਫੈਸਲਾ ਇਹੀ ਆਉਣਾ ਸੀਗਾ। ਸੋ ਉਹਦੇ ਨਾਲ ਆ ਜਿਹੜੀ ਨਿਆਂ ਦੀ ਆਸ ਆ ਬਿਲਕੁਲ ਸਾਨੂੰ ਖਤਮ ਹੋ ਗਈ ਹੈ। ਅਦਾਲਤ ਨੇ ਕਹਿ ਦਿੱਤਾ ਹੈ ਕਿ ਨਵੀਂ SIT ਦਾ ਗਠਨ ਕੀਤਾ ਜਾਵੇ, 3 ਅਫਸਰ ਉਸ ਦੇ ਵਿੱਚ ਹੋਣ, ਮੀਡੀਆ ਦੇ ਵਿੱਚ ਜਾ ਕੇ ਕੋਈ ਉਹ ਬਿਆਨਬਾਜ਼ੀ ਨਾ ਕਰਨ, ਤਿੰਨੋਂ ਇਕੱਠੇ ਹੀ ਚਲਾਨ ਦੇ ਉੱਤੇ ਸਾਈਨ ਕਰਨ, ਇਹੋ ਜਿਹੀਆਂ ਸ਼ਰਤਾਂ ਰੱਖੀਆਂ ਨੇ। ਕੀ ਲੱਗਦਾ ਕਿ ਇਹ SIT ਜਾਂਚ ਕਰ ਪਾਊਗੀ? ਦੇਖੋ, ਪਹਿਲੀ ਗੱਲ ਤਾਂ ਵੱਡੇ ਭਾਈ ਆਪਾਂ ਗੱਲ ਕਰੀਏ ਵੀ 6 ਸਾਲ ਤੋਂ ਇਹ ਕਾਂਡ ਹੋਇਆ, 1.5 ਸਾਲ ਉਹ ਸਰਕਾਰ ਰਹਿੰਦੀ ਹੈ ਜਿਹਦੇ ਵਿੱਚ ਹੁੰਦਾ, ਨਵੀਂ ਬਣਦੀ ਆ ਇਸ ਮੁੱਦੇ ਨੂੰ ਲੈ ਕੇ ਬਣਦੀ ਆ ਜਿਹਦੇ ਵਿੱਚ ਉਹਨਾਂ ਨੇ ਰੱਖਿਆ ਜਾਂਦਾ ਵੀ ਇਹਨਾਂ ਨੂੰ ਸਜ਼ਾਵਾਂ ਦੇਣੀਆਂ, ਉਹ ਵੀ ਨਹੀਂ ਕਰ ਪਾ ਰਹੇ। SITਆਂ ਬਣਾਈਆਂ। ਹੁਣ ਮੁੱਕਦੀ ਗੱਲ ਇਹ ਆ ਵੀ 6 ਸਾਲ ਦੇ ਬਾਅਦ ਹਾਈ ਕੋਰਟ ਦਾ ਫੈਸਲਾ ਇਹ ਆਉਂਦਾ ਵੀ ਇਹ ਖਾਰਜ ਹੈ, ਇਹ ਜ਼ੀਰੋ ਆ, ਇਹ ਗਲਤ ਹੈ, ਤਾਂ ਕੀ ਇਹੋ ਜਿਹਾ ਇਹਨਾਂ ਨੇ ਕਿਹੜੀ ਸਪਿਰਿਟ ਨਵੀਂ SIT 'ਚ ਭਰਨੀ ਆ ਜਿਹੜੀ 6 ਮਹੀਨੇ 'ਚ ਰਿਪੋਰਟ ਐਡੀ ਤਕੜੀ ਤਿਆਰ ਕਰ ਦੂਗੀ? ਜੇ ਆਪਾਂ ਗੱਲ ਕਰਦੇ ਹਾਂ ਜੀ, ਕੰਵਰ ਵਿਜੇ ਪ੍ਰਤਾਪ ਉਹਨਾਂ ਨੇ ਕੀਤੀ ਆ, ਤਾਂ ਸਮੇਂ ਦਾ DGP ਆ ਸਮੇਤ ਸੈਣੀ ਸੀ, ਜਿਹਦਾ ਸਾਰਿਆਂ ਨੂੰ ਪਤਾ ਵੀ ਉਹਦਾ ਕੀ ਕਿਰਦਾਰ ਰਿਹਾ ਪੰਜਾਬ ਪ੍ਰਤੀ, ਪੰਜਾਬ ਦੇ ਨੌਜਵਾਨਾਂ ਦਾ ਕਿੰਨਾ ਕੁ ਉਹਨੇ ਘਾਣ ਕੀਤਾ, ਉਮਰਾਂ ਨੰਗਲ ਨੇ ਕੀ ਕੀਤਾ ਉਹ ਸਾਰਿਆਂ ਨੂੰ ਪਤਾ। ਪਰ ਉਹ ਇੱਕ ਵਿਧੀ ਬਣਦੀ ਆ, ਉਸ ਕੋਟਕਪੂਰੇ ਐਕਸੀਡੈਂਟ ਦੇ ਵਿੱਚ ਉਹ ਇਕੱਠੇ ਹੁੰਦੇ ਆ, ਉਹਦੀ ਇਨਵੈਸਟੀਗੇਸ਼ਨ ਆਈ ਜੀ ਕੰਵਰ ਵਿਜੇ ਪ੍ਰਤਾਪ ਕੋਲੇ ਜਾਂਦੀ ਆ, ਤਾਂ ਉਹ ਜਨਤਕ ਹੋ ਜਾਂਦੇ ਆ। ਸੋ ਉਹਨਾਂ ਨੂੰ ਸਜ਼ਾਵਾਂ ਦੇਣ ਦੀ ਬਜਾਏ ਉਹਨਾਂ ਨੂੰ ਜ਼ੀਰੋ ਕਰ, ਉਹਨਾਂ ਨੂੰ ਬਰੀ ਕਰ ਦੇਣਾ। ਬਰੀ ਕਿਵੇਂ ਕਰਨਾ? ਕਿਉਂਕਿ ਜਿਹੜੀ ਰਿਟ ਪਾਈ ਜਾਂਦੀ ਆ ਗੁਰਦੀਪ ਪੰਧੇਰ ਵੱਲੋਂ, ਰਿਸ਼ਪਾਲ ਹੌਲਦਾਰ ਵੱਲੋਂ, ਤੇ ਇਹਨਾਂ ਦੇ ਐਡਵੋਕੇਟ ਕੌਣ ਆ ਉਹ ਆਪਾਂ ਚੈੱਕ ਕਰ ਦੇਣਾ ਦੀ ਫੀਸ ਕਿੰਨੀ ਹੈ, ਤਾਂ ਫੀਸ ਉਹਨਾਂ ਦੀ ਬਹੁਤ ਜ਼ਿਆਦਾ। ਹਾਇਰ ਕੌਣ ਕਰ ਰਹੇ ਆ? ਜਿਹੜੇ 50-60 ਹਜ਼ਾਰ ਰੁਪਈਆ ਮੰਥਲੀ ਕਮਾ ਰਹੇ ਆ, 25-25 ਲੱਖ ਜਿਹੜਾ ਉਹਦਾ ਮਤਲਬ ਫੀਸ ਜਾ ਰਹੀ ਆ ਐਡਵੋਕੇਟ ਦੀ। ਸੋ ਕਿਤੇ ਨਾ ਕਿਤੇ ਅੱਜ ਜਿਹੜੇ ਭੰਗੜੇ ਪਾ ਰਹੇ ਆ, ਦੇਖੋ ਬਿਆਨ ਆਉਣਾ ਚਾਹੀਦਾ ਸੀ ਸਮੇਤ ਸੈਣੀ ਦਾ, ਬਿਆਨ ਆਉਣਾ ਚਾਹੀਦਾ ਗੁਰਦੀਪ ਪੰਧੇਰ ਦਾ, ਰਿਸ਼ਪਾਲ ਦਾ, ਵੀ ਸਾਡੀ ਜਿੱਤ ਹੋਈ ਹੈ, ਹਾਈ ਕੋਰਟ ਨੇ ਖਾਰਜ ਕੀਤਾ, ਸਾਨੂੰ ਗਲਤ ਫਸਾਇਆ ਜਾ ਰਿਹਾ ਸੀ, ਪਰ ਪ੍ਰੈਸ ਕਾਨਫਰੰਸ ਅਕਾਲੀ ਦਲ ਕਰ ਰਿਹਾ। ਬਿਲਕੁਲ, ਸਵਾਲ ਫਿਰ ਇਹੀ ਖੜੇ ਹੋ ਜਾਂਦੇ ਨੇ ਕਿ ਜੇ ਨਿਆਂ ਪ੍ਰਣਾਲੀਆਂ ਦੇ ਉੱਤੇ ਹੀ ਸਵਾਲ ਖੜੇ ਹੋਣੇ ਸ਼ੁਰੂ ਹੋ ਜਾਣ ਤਾਂ ਫਿਰ ਇਨਸਾਨ ਕਿੱਥੋਂ ਮੰਗੇਗਾ? ਸੋ ਇਹ ਸਾਰਾ ਪਤਾ ਲੱਗਦਾ ਵੀ ਅਕਾਲੀ ਦਲ ਦੀ ਮਿਲੀਭੁਗਤ ਦੇ ਨਾਲ ਹੋਇਆ। ਜੱਜ ਰਾਜਵੀਰ ਸ਼ਰਾਵਤ ਉਹਨਾਂ ਦੇ ਬਹੁਤ ਚਹੇਤੇ ਆ, ਹਰਿਆਣੇ ਦੇ ਚੌਟਾਲਿਆਂ ਦੇ ਚਹੇਤੇ ਆ, ਚੌਟਾਲੇ ਬਾਦਲਾਂ ਦੇ ਚਹੇਤੇ, ਸਾਰੀ ਕੜੀ ਮਿਲਦੀ ਆ। ਜਥੇਦਾਰ ਰਣਜੀਤ ਸਿੰਘ ਨੇ ਕਾਫੀ ਵਧੀਆ ਢੰਗ ਨਾਲ ਦੱਸਿਆ ਵੀ ਆ। ਸੋ ਇਹ ਉਹਨਾਂ ਨੇ ਫੈਸਲੇ ਲਿਆਂਦੇ ਆ, ਉਹਨਾਂ ਨੂੰ ਜਾਂ ਅਦਾਲਤਾਂ ਨੂੰ ਜਾਂ ਜੱਜਾਂ ਨੂੰ ਜਾਂ ਅਤੁਲ ਨੰਦਾ ਐਡਵੋਕੇਟ ਜਿਹੜੇ ਕੈਪਟਨ ਦੇ ਬਹੁਤ ਕਰੀਬੀ ਆ, ਜਿਹੜੇ ਇਸ ਕੇਸਾਂ ਦੇ ਵਿੱਚ ਸਰਦਾਰ ਸਾਹਿਬ ਘਰ ਹੀ ਰਹਿੰਦੇ ਸੀਗੇ, ਛੁੱਟੀ 'ਤੇ ਰਹਿੰਦੇ ਸੀਗੇ, ਵੀ ਉਹਨਾਂ ਨੂੰ ਪਤਾ ਨਹੀਂ ਸੀ ਵੀ ਕੇਸ ਹੈ ਕਿ ਨਹੀਂ ਹੈ। ਸੋ ਇੱਦਾਂ ਦੀਆਂ ਗੱਲਾਂ ਕਰਕੇ ਉਹਨਾਂ ਨੇ ਉਹ ਫੈਸਲੇ ਲਿਆਂਦੇ ਆ, ਅਤੇ ਉਹਦੇ ਨਾਲ ਲੋਕਾਂ ਦੀਆਂ ਭਾਵਨਾਵਾਂ ਨੂੰ ਵੀ ਠੇਸ ਪਹੁੰਚੀ ਆ। ਲੋਕ ਧਾਰਮਿਕ ਪੱਖ ਤੋਂ ਇਸ ਨਿਆਂ ਪ੍ਰਣਾਲੀ ਤੋਂ ਇੰਨਾ ਕੁ ਵਿਸ਼ਵਾਸ ਉਠਾ ਚੁੱਕੇ ਆ ਆਪਦਾ, ਕਿ ਉਹਨਾਂ ਨੂੰ ਯਕੀਨ ਨਹੀਂ ਰਿਹਾ ਵੀ ਇਹ ਸਾਡੇ ਕਦੇ ਹੱਕਾਂ 'ਚ ਫੈਸਲੇ ਲਿਆਊਗੀ। ਕੁੰਵਰ ਵਿਜੇ ਪ੍ਰਤਾਪ ਉਹਨਾਂ ਦੀ ਜੇਕਰ ਮੈਂ ਗੱਲ ਕਰਦਾ ਤਾਂ ਕਿਵੇਂ ਦੀ ਤੁਹਾਡੇ ਉਹਨਾਂ ਨਾਲ ਡੀਲਿੰਗ ਰਹੀ ਹੈਗੀ ਇਸ ਪੂਰੀ ਇਨਵੈਸਟੀਗੇਸ਼ਨ ਦੇ ਵਿੱਚ? ਕਿਉਂਕਿ ਇਲਜ਼ਾਮ ਉਹਨਾਂ ਦੇ ਉੱਤੇ ਇਹ ਲੱਗਦੇ ਨੇ ਕਿ ਮਨਘੜਤ ਕਹਾਣੀਆਂ ਬੁਣੀਆਂ ਗਈਆਂ ਹੈਗੀਆਂ ਨੇ ਤੁਹਾਡੇ ਵੱਲੋਂ। ਹਾਲਾਂਕਿ ਜ਼ਰੂਰ ਆਪਣੀ ਸਟੇਟਮੈਂਟ ਰਿਕਾਰਡ ਕਰਵਾਈਆਂ ਗਈਆਂ ਹੋਣਗੀਆਂ, ਸਾਰਾ ਤੁਹਾਡੇ ਵੱਲੋਂ ਦੱਸਿਆ ਗਿਆ ਹੋਊਗਾ, ਪਰ ਕਿਵੇਂ ਦੇਖਦੇ ਹੋ ਕਿ ਇਹ ਜੋ ਜੱਜਮੈਂਟ ਦੇ ਵਿੱਚ ਲਿਖਿਆ ਗਿਆ ਹੈਗਾ ਕਿ ਫੋਨ ਦੇ ਉੱਤੇ ਗੱਲ ਕਰਨੀ ਕੋਈ ਗਲਤ ਨਹੀਂ ਹੈਗੀ, ਮੁੱਖ ਮੰਤਰੀ ਗੱਲ ਕਰ ਸਕਦਾ ਹੈਗਾ, ਸੱਚਾ ਸੌਦੇ ਵਾਲੀ ਦੇ ਮਾਮਲੇ ਦੇ ਵਿੱਚ ਅਕਸ਼ੇ ਕੁਮਾਰ ਵਾਲੇ ਕਹਿੰਦੇ ਕਹਾਣੀ ਮਨਘੜਤ ਸੀਗੀ, ਇਹੋ ਜਿਹੀਆਂ ਟਿੱਪਣੀਆਂ ਸਖਤ ਇੱਕ ਕੁੰਵਰ ਵਿਜੇ ਪ੍ਰਤਾਪ ਦੇ ਉੱਤੇ ਜੱਜ ਦੇ ਵੱਲੋਂ ਕਰਨੀਆਂ, ਕੀ ਲੱਗਦਾ ਹੈਗਾ ਤੁਹਾਨੂੰ? ਬਾਈ ਜੀ ਦੇਖੋ, ਆਪਾਂ ਗੱਲ ਕਰਦੇ, ਮੈਂ ਚਲੋ ਇਹਨਾਂ ਦੀਆਂ ਗੱਲਾਂ ਸਾਰੀਆਂ ਮੰਨ ਲੈਂਦਾ, ਮੈਂ ਜੱਜ ਦੀ ਗੱਲ ਮੰਨ ਲੈਂਦਾ ਵੀ ਮਨਘੜਤ ਕਹਾਣੀ ਕੰਵਰ ਵਿਜੇ ਪ੍ਰਤਾਪ ਨੇ ਬਣਾ ਕੇ ਪੇਸ਼ ਕਰਤੀ, ਤੁਸੀਂ ਉਹਨਾਂ ਨੂੰ ਇਨਵੈਸਟੀਗੇਸ਼ਨ ਨੂੰ ਖਾਰਜ ਕਰਤਾ। ਪਰ ਮੈਂ ਇੱਥੇ ਉਸੇ ਇੱਕ ਜੱਜ ਨੂੰ ਸਵਾਲ ਕਰਨਾ ਚਾਹੁੰਦਾ, ਮੇਰੇ ਹੀ ਥਾਂ 'ਤੇ ਜੱਜ ਖੜ੍ਹਾ ਹੋਵੇ, ਮੇਰੇ ਪਿਓ ਨੂੰ ਮੇਰਾ ਭਰਾ ਚੱਕਦਾ ਹੋਵੇ, ਮੇਰੇ ਪਿਓ ਨੂੰ ਮੇਰੇ ਹੀ ਦਾਦਾ ਚੱਕਦਾ ਹੋਵੇ,
ਗੋਲੀਆਂ ਦੇ ਨਾਲ ਉਹਦੀ ਲਾਸ਼ ਲੱਥ-ਪੱਥ ਹੋਈ ਹੋਵੇ, ਖੂਨੋ-ਖੂਨੀ ਹੋਈ ਹੋਵੇ, ਤੇ ਕੀ ਉਹ ਜੱਜ ਇਹ ਫਿਰ ਸਵਾਲ ਕਰੂਗਾ ਵੀ ਇੱਥੇ ਕੁਝ ਹੋਇਆ ਹੀ ਨਹੀਂ ਜਾਂ ਇਹ ਮਨਘੜਤ ਬਣਾਇਆ ਗਿਆ? ਸੋ ਇੱਕ ਸੈਂਟੀਮੈਂਟਲ ਵੀ ਹੁੰਦੇ ਆ, ਉਹ ਵੀ ਦੇਖਣੇ ਪੈਂਦੇ ਆ। ਬੰਦਿਆਂ ਦੀ ਮੌਤ ਹੋਈ ਆ, ਮਰਡਰ ਹੋਏ ਆ, ਉਹ ਵੀ ਪੁਲਿਸ ਦੀ ਗੋਲੀ ਦੇ ਨਾਲ ਹੋਏ ਆ। ਉਹਨਾਂ ਦਾ ਕੀ ਕਸੂਰ ਸੀ? ਤੁਸੀਂ ਅੱਜ ਉਹਨੂੰ ਮਨਘੜਤ ਬਣਾ ਕੇ ਦੇ ਰਹੇ ਹੋ। ਫਿਰ ਤੁਸੀਂ ਇਨਵੈਸਟੀਗੇਸ਼ਨ ਪੜ੍ਹੋ, ਦੇਖੋ ਬਈ ਉਹ ਉੱਥੇ ਪ੍ਰੈਜ਼ੈਂਟ ਹੈ ਕਿ ਨਹੀਂ। ਸੀਸੀਟੀਵੀ ਫੋਟੋ ਵਾਇਰਲ ਹੋ ਚੁੱਕੀਆਂ। ਚਰਨਜੀਤ ਸ਼ਰਮਾ ਅਜੀਤ ਦੇ ਗੋਲੀਆਂ ਮਾਰ ਰਿਹਾ ਕੋਟਕਪੂਰੇ ਦੇ ਵਿੱਚ। ਉਮਰਾਂ ਨੰਗਲ ਫੋਨ ਤੇ ਗੱਲਾਂ ਕਰ ਰਿਹਾ, ਕਿਹਦੇ ਨਾਲ ਕਰ ਰਿਹਾ? ਕੀ ਉਹ ਆਪਦੀ ਘਰ ਵਾਲੀ ਨਾਲ ਇੰਨਾ ਲੱਗਿਆ ਰਿਹਾ ਵੀ ਮੈਂ ਇੱਥੇ ਕੰਮ 'ਚ? ਸੋ ਇਹ ਗੱਲਾਂ ਸਵਾਲ ਬਣਦੇ ਆ। ਪਰ ਜੱਜ ਸਾਹਿਬ ਦੇ ਫੈਸਲੇ ਆ ਜਿਹੜੇ ਉਹ ਬਹੁਤ ਗਲਤ ਆ। ਜੱਜ ਸਾਹਿਬ ਨੇ ਵੀ ਜੇ ਕਹਿੰਦੇ ਆ ਨਾ ਵੀ ਉਹਨਾਂ ਨੇ ਇੱਕ ਮਨਘੜਤ ਕਹਾਣੀ ਕੰਵਰ ਵਿਜੇ ਪ੍ਰਤਾਪ ਨੇ ਬਣਾਤੀ ਹੈ ਇਨਵੈਸਟੀਗੇਸ਼ਨ, ਤੇ ਉਸੇ ਤਰ੍ਹਾਂ ਹੀ ਤੁਹਾਨੂੰ 12 ਦਿਨਾਂ ਬਾਅਦ ਐਡੀ ਕੀ ਨੌਬਤ ਆਈ ਸੀ ਜਿਹੜੀ ਜੱਜਮੈਂਟ ਦੇਣੀ ਪਈ। ਸਾਲ 2015 ਦੇ ਵਿੱਚ ਬੈਬਲ ਕਲਾਂ ਬਰਗਾੜੀ ਬੇਅਦਬੀ ਮਾਮਲੇ ਤੋਂ ਬਾਅਦ ਲਗਾਤਾਰ ਲੋਕ ਇਨਸਾਫ ਦੀ ਮੰਗ ਕਰ ਰਹੇ ਨੇ। ਕੋਟਕਪੂਰਾ ਗੋਲੀकांड ਹੁੰਦਾ ਹੈ। ਕੋਟਕਪੂਰਾ ਗੋਲੀकांड ਦੇ ਵਿੱਚ 2 ਲੋਕਾਂ ਦੀ ਮੌਤ ਹੋ ਜਾਂਦੀ ਹੈ। ਪਰਿਵਾਰ ਅਜੇ ਵੀ ਉਡੀਕ ਕਰ ਰਿਹਾ ਹੈ ਕਿ ਕਦੋਂ ਇਨਸਾਫ ਮਿਲੂਗਾ, ਕਦੋਂ ਦੋਸ਼ੀ ਸਲਾਖਾਂ ਦੇ ਪਿੱਛੇ ਹੋਣਗੇ। ਹਾਲਾਂਕਿ ਸਰਕਾਰਾਂ ਆਈਆਂ, ਸਰਕਾਰਾਂ ਗਈਆਂ, ਸਰਕਾਰਾਂ ਦੇ ਵੱਲੋਂ ਐਲਾਨ ਕੀਤੇ ਗਏ, SIT ਦਾ ਗਠਨ ਕੀਤਾ ਗਿਆ, ਪਰ SIT ਹੁਣ ਤੱਕ ਕਿਉਂ ਨਹੀਂ ਨਤੀਜੇ ਦੇ ਉੱਤੇ ਪਹੁੰਚ ਪਾ ਰਹੀ? SIT ਦੇ ਵੱਲੋਂ ਅਦਾਲਤ ਦੇ ਵਿੱਚ ਚਲਾਨ ਪੇਸ਼ ਕਰ ਦਿੱਤਾ ਜਾਂਦਾ ਹੈ, ਪਰ ਅਦਾਲਤ ਉਸ ਚਲਾਨ ਨੂੰ, ਉਸ ਇਨਵੈਸਟੀਗੇਸ਼ਨ ਨੂੰ ਖਾਰਜ ਕਰ ਦਿੰਦੀ ਹੈ। ਕਹਿੰਦੀ ਹੈ ਕਿ ਇਸ ਦੇ ਵਿੱਚ ਕੋਈ ਤੱਥ ਹੀ ਨਹੀਂ ਹੈਗੇ, ਇਹ ਮਨਘੜਤ ਕਹਾਣੀਆਂ ਦੇ ਆਧਾਰ ਦੇ ਉੱਤੇ ਇਨਵੈਸਟੀਗੇਸ਼ਨ ਕੀਤੀ ਹੋਈ ਹੈ। ਪਰ ਜਿਹੜੇ ਪਰਿਵਾਰ ਨੇ ਉਹ ਸੰਤਾਪ ਭੋਗਿਆ ਹੈਗਾ, ਜੋ ਉਹ ਦੁੱਖ ਹੰਢਾ ਰਹੇ ਹੈਗੇ ਨੇ, ਉਹਨਾਂ ਦੇ ਉੱਤੇ ਕੀ ਬੀਤਰੀ ਹੈ? ਉਹ ਕੀ ਸਮਝਦੇ ਨੇ ਕਿ ਕਦੀ ਇਨਸਾਫ ਮਿਲੂਗਾ ਜਾਂ ਨਹੀਂ ਮਿਲੂਗਾ? ਕੋਟਕਪੂਰਾ ਫਾਇਰਿੰਗ ਦੇ ਵਿੱਚ ਕ੍ਰਿਸ਼ਨ ਭਗਵਾਨ ਜੀ ਦੀ ਮੌਤ ਹੋ ਜਾਂਦੀ ਹੈ ਤੇ ਉਹਨਾਂ ਦੇ ਪੁੱਤਰ ਸੁਖਰਾਜ ਸਾਡੇ ਨਾਲ ਨੇ। ਸੁਖਰਾਜ, ਲੰਬਾ ਸਮਾਂ ਹੋ ਗਿਆ, ਇੱਕ ਅੰਗਰੇਜ਼ੀ ਦੇ ਵਿੱਚ ਕਹਿੰਦੇ ਨੇ ਜਸਟਿਸ ਡਿਲੇਡ ਇਜ਼ ਜਸਟਿਸ ਡਿਨਾਈਡ। ਕੀ ਲੱਗਦਾ ਕਿ ਕਦੀ ਆਸ ਦੀ ਉਮੀਦ ਹੁਣ ਤੁਹਾਨੂੰ ਹੈ, ਕਦੀ ਮਿਲੂਗਾ ਇਨਸਾਫ, ਜਾਂ ਇਹ ਆਸ ਛੱਡ ਦਿੱਤੀ ਹੈ? ਦੇਖੋ ਜੀ, ਹੁਣ ਜੋ ਹਾਈ ਕੋਰਟ ਦਾ ਫੈਸਲਾ ਆਇਆ ਇਹਦੇ 'ਚ ਤਾਂ ਆਸ ਬਿਲਕੁਲ ਹੀ ਖਤਮ ਕਰਤੀ ਨੇ, ਕਿਉਂਕਿ ਜੋ ਇਨਵੈਸਟੀਗੇਸ਼ਨ ਚੱਲਦੀ ਆ, 9 ਚਲਾਨ ਪੇਸ਼ ਹੁੰਦੇ ਆ, ਮਤਲਬ ਲੰਮਾ ਸਮਾਂ ਇਨਵੈਸਟੀਗੇਸ਼ਨ ਚੱਲਣ ਤੋਂ ਬਾਅਦ 'ਚ ਉਹਦੇ 'ਤੇ ਤਰੀਕਾਂ ਪੈਂਦੀਆਂ, ਬਹਿਸ ਹੁੰਦੀ ਆ, ਸੁਣਵਾਈ ਹੁੰਦੀ ਆ, ਚਲਾਨ ਦਿੱਤੇ ਜਾਂਦੇ ਆ, ਤਾਂ ਉਹਦੇ 'ਚ ਫੈਸਲੇ ਆ ਜਿਹੜੇ ਉਹ ਇੱਕਦਮ ਮੁੱਢੋਂ ਨਕਾਰ ਦੇਣ ਵਾਲੇ ਆਉਣੇ, ਖਾਰਜ ਕਰ ਦੇਣ ਵਾਲੇ ਆਉਣੇ, ਜ਼ੀਰੋ ਕਰ ਦੇਣ ਵਾਲੇ ਆਉਣੇ, ਤਾਂ ਉਹਦੇ ਨਾਲ ਨਿਆਂ ਪ੍ਰਣਾਲੀ ਸਵਾਲੀਆ ਚਿੰਨ੍ਹ ਬਣਦੀ ਆ। ਨਿਆਂ ਪ੍ਰਣਾਲੀ 'ਤੇ ਸਵਾਲ ਖੜੇ ਹੁੰਦੇ ਆ ਵੀ ਕੀ ਇਸ ਨਿਆਂ ਪ੍ਰਣਾਲੀ ਤੋਂ ਆਸ ਰੱਖ ਕੇ ਇੰਨਾ ਟਾਈਮ ਕੇਸ ਲੜਿਆ ਵੀ ਜਿਹਦਾ ਫੈਸਲਾ ਇਹੀ ਆਉਣਾ ਸੀਗਾ। ਸੋ ਉਹਦੇ ਨਾਲ ਆ ਜਿਹੜੀ ਨਿਆਂ ਦੀ ਆਸ ਆ ਬਿਲਕੁਲ ਸਾਨੂੰ ਖਤਮ ਹੋ ਗਈ ਹੈ। ਨਿਆਂ ਦੀ ਆਸ ਖਤਮ ਹੋ ਗਈ ਹੈ। ਹੁਣ ਅੱਗੇ ਕੀ ਦੇਖਦੇ ਹੋ, ਭਵਿੱਖ ਕੀ ਦੇਖਦੇ ਹੈਗੇ ਹੋ? ਅਦਾਲਤ ਨੇ ਕਹਿ ਦਿੱਤਾ ਹੈ ਕਿ ਨਵੀਂ SIT ਦਾ ਗਠਨ ਕੀਤਾ ਜਾਵੇ, 3 ਅਫਸਰ ਉਸ ਦੇ ਵਿੱਚ ਹੋਣ, ਮੀਡੀਆ ਦੇ ਵਿੱਚ ਜਾ ਕੇ ਕੋਈ ਉਹ ਬਿਆਨਬਾਜ਼ੀ ਨਾ ਕਰਨ, ਤਿੰਨੋਂ ਇਕੱਠੇ ਹੀ ਚਲਾਨ ਦੇ ਉੱਤੇ ਸਾਈਨ ਕਰਨ, ਇਹੋ ਜਿਹੀਆਂ ਸ਼ਰਤਾਂ ਰੱਖੀਆਂ ਨੇ। ਕੀ ਲੱਗਦਾ ਕਿ ਇਹ SIT ਜਾਂਚ ਕਰ ਪਾਊਗੀ? ਦੇਖੋ, ਪਹਿਲੀ ਗੱਲ ਤਾਂ ਵੱਡੇ ਭਾਈ ਆਪਾਂ ਗੱਲ ਕਰੀਏ ਵੀ 6 ਸਾਲ ਤੋਂ ਇਹ ਕਾਂਡ ਹੋਇਆ, 1.5 ਸਾਲ ਉਹ ਸਰਕਾਰ ਰਹਿੰਦੀ ਹੈ ਜਿਹਦੇ ਵਿੱਚ ਹੁੰਦਾ, ਨਵੀਂ ਬਣਦੀ ਆ ਇਸ ਮੁੱਦੇ ਨੂੰ ਲੈ ਕੇ ਬਣਦੀ ਆ ਜਿਹਦੇ ਵਿੱਚ ਉਹਨਾਂ ਨੇ ਰੱਖਿਆ ਜਾਂਦਾ ਵੀ ਇਹਨਾਂ ਨੂੰ ਸਜ਼ਾਵਾਂ ਦੇਣੀਆਂ, ਉਹ ਵੀ ਨਹੀਂ ਕਰ ਪਾ ਰਹੇ। SITਆਂ ਬਣਾਈਆਂ। ਹੁਣ ਮੁੱਕਦੀ ਗੱਲ ਇਹ ਆ ਵੀ 6 ਸਾਲ ਦੇ ਬਾਅਦ ਹਾਈ ਕੋਰਟ ਦਾ ਫੈਸਲਾ ਇਹ ਆਉਂਦਾ ਹੈ ਵੀ ਇਹ ਖਾਰਜ ਹੈ, ਇਹ ਜ਼ੀਰੋ ਆ, ਇਹ ਗਲਤ ਹੈ। ਤਾਂ ਕੀ ਇਹੋ ਜਿਹਾ ਇਹਨਾਂ ਨੇ ਕਿਹੜੀ ਸਪਿਰਿਟ ਨਵੀਂ SIT 'ਚ ਭਰਨੀ ਆ ਜਿਹੜੀ 6 ਮਹੀਨੇ 'ਚ ਰਿਪੋਰਟ ਐਡੀ ਤਕੜੀ ਤਿਆਰ ਕਰ ਦੂਗੀ? ਜੇ ਆਪਾਂ ਗੱਲ ਕਰਦੇ ਹਾਂ ਜੀ ਕੰਵਰ ਵਿਜੇ ਪ੍ਰਤਾਪ ਉਹਨਾਂ ਨੇ ਕੀਤੀ ਆ, ਤਾਂ ਸਮੇਂ ਦਾ DGP ਆ ਸਮੇਤ ਸੈਣੀ ਸੀ, ਜਿਹਦਾ ਸਾਰਿਆਂ ਨੂੰ ਪਤਾ ਵੀ ਉਹਦਾ ਕੀ ਕਿਰਦਾਰ ਰਿਹਾ ਪੰਜਾਬ ਪ੍ਰਤੀ, ਪੰਜਾਬ ਦੇ ਨੌਜਵਾਨਾਂ ਦਾ ਕਿੰਨਾ ਕੁ ਉਹਨੇ ਘਾਣ ਕੀਤਾ, ਉਮਰਾਂ ਨੰਗਲ ਨੇ ਕੀ ਕੀਤਾ ਉਹ ਸਾਰਿਆਂ ਨੂੰ ਪਤਾ। ਪਰ ਉਹ ਇੱਕ ਵਿਧੀ ਬਣਦੀ ਆ, ਉਸ ਕੋਟਕਪੂਰੇ ਐਕਸੀਡੈਂਟ ਦੇ ਵਿੱਚ ਉਹ ਇਕੱਠੇ ਹੁੰਦੇ ਆ, ਉਹਦੀ ਇਨਵੈਸਟੀਗੇਸ਼ਨ ਆਈ ਜੀ ਕੰਵਰ ਵਿਜੇ ਪ੍ਰਤਾਪ ਕੋਲੇ ਜਾਂਦੀ ਆ, ਤਾਂ ਉਹ ਜਨਤਕ ਹੋ ਜਾਂਦੇ ਆ। ਸੋ ਉਹਨਾਂ ਨੂੰ ਸਜ਼ਾਵਾਂ ਦੇਣ ਦੀ ਬਜਾਏ ਉਹਨਾਂ ਨੂੰ ਜ਼ੀਰੋ ਕਰ, ਉਹਨਾਂ ਨੂੰ ਬਰੀ ਕਰ ਦੇਣਾ। ਬਰੀ ਕਿਵੇਂ ਕਰਨਾ? ਕਿਉਂਕਿ ਜਿਹੜੀ ਰਿਟ ਪਾਈ ਜਾਂਦੀ ਆ ਗੁਰਦੀਪ ਪੰਧੇਰ ਵੱਲੋਂ, ਰਿਸ਼ਪਾਲ ਹੌਲਦਾਰ ਵੱਲੋਂ, ਤੇ ਇਹਨਾਂ ਦੇ ਐਡਵੋਕੇਟ ਕੌਣ ਆ ਉਹ ਆਪਾਂ ਚੈੱਕ ਕਰਦੇ, ਉਹਨਾਂ ਦੀ ਫੀਸ ਕਿੰਨੀ ਹੈ, ਤਾਂ ਫੀਸ ਉਹਨਾਂ ਦੀ ਬਹੁਤ ਜ਼ਿਆਦਾ। ਹਾਇਰ ਕੌਣ ਕਰ ਰਹੇ ਆ? ਜਿਹੜੇ 50-60 ਹਜ਼ਾਰ ਰੁਪਈਆ ਮੰਥਲੀ ਕਮਾ ਰਹੇ ਆ, 25-25 ਲੱਖ ਜਿਹੜਾ ਉਹਦਾ ਮਤਲਬ ਫੀਸ ਜਾ ਰਹੀ ਆ ਐਡਵੋਕੇਟ ਦੀ। ਸੋ ਕਿਤੇ ਨਾ ਕਿਤੇ ਅੱਜ ਜਿਹੜੇ ਭੰਗੜੇ ਪਾ ਰਹੇ ਆ, ਦੇਖੋ ਬਿਆਨ ਆਉਣਾ ਚਾਹੀਦਾ ਸੀ ਸਮੇਤ ਸੈਣੀ ਦਾ, ਬਿਆਨ ਆਉਣਾ ਚਾਹੀਦਾ ਗੁਰਦੀਪ ਪੰਧੇਰ ਦਾ, ਰਿਸ਼ਪਾਲ ਦਾ, ਵੀ ਸਾਡੀ ਜਿੱਤ ਹੋਈ ਹੈ, ਹਾਈ ਕੋਰਟ ਨੇ ਖਾਰਜ ਕੀਤਾ, ਸਾਨੂੰ ਗਲਤ ਫਸਾਇਆ ਜਾ ਰਿਹਾ ਸੀ। ਪਰ ਪ੍ਰੈਸ ਕਾਨਫਰੰਸਾਂ ਅਕਾਲੀ ਦਲ ਕਰ ਰਿਹਾ। ਸੋ ਇਹ ਸਾਰਾ ਪਤਾ ਲੱਗਦਾ ਵੀ ਅਕਾਲੀ ਦਲ ਦੀ ਮਿਲੀਭੁਗਤ ਦੇ ਨਾਲ ਹੋਇਆ।
ਜੱਜ ਰਾਜਵੀਰ ਸ਼ਰਾਵਤ ਉਹਨਾਂ ਦੇ ਬਹੁਤ ਚਹੇਤੇ ਆ, ਹਰਿਆਣੇ ਦੇ ਚੌਟਾਲਿਆਂ ਦੇ ਚਹੇਤੇ ਆ, ਚੌਟਾਲੇ ਬਾਦਲਾਂ ਦੇ ਚਹੇਤੇ, ਸਾਰੀ ਕੜੀ ਮਿਲਦੀ ਆ। ਜਥੇਦਾਰ ਰਣਜੀਤ ਸਿੰਘ ਨੇ ਕਾਫੀ ਵਧੀਆ ਢੰਗ ਨਾਲ ਦੱਸਿਆ ਵੀ ਆ। ਸੋ ਇਹ ਉਹਨਾਂ ਨੇ ਫੈਸਲੇ ਲਿਆਂਦੇ ਆ, ਉਹਨਾਂ ਨੂੰ ਜਾਂ ਅਦਾਲਤਾਂ ਨੂੰ ਜਾਂ ਜੱਜਾਂ ਨੂੰ ਜਾਂ ਅਤੁਲ ਨੰਦਾ ਐਡਵੋਕੇਟ ਜਿਹੜੇ ਕੈਪਟਨ ਦੇ ਬਹੁਤ ਕਰੀਬੀ ਆ, ਜਿਹੜੇ ਇਸ ਕੇਸਾਂ ਦੇ ਵਿੱਚ ਸਰਦਾਰ ਸਾਹਿਬ ਘਰ ਹੀ ਰਹਿੰਦੇ ਸੀਗੇ, ਛੁੱਟੀ 'ਤੇ ਰਹਿੰਦੇ ਸੀਗੇ, ਵੀ ਉਹਨਾਂ ਨੂੰ ਪਤਾ ਨਹੀਂ ਸੀ ਵੀ ਕੇਸ ਹੈ ਕਿ ਨਹੀਂ ਹੈ। ਸੋ ਇਦਾਂ ਦੀਆਂ ਗੱਲਾਂ ਕਰਕੇ ਉਹਨਾਂ ਨੇ ਉਹ ਫੈਸਲੇ ਲਿਆਂਦੇ ਆ ਅਤੇ ਉਹਦੇ ਨਾਲ ਲੋਕਾਂ ਦੀਆਂ ਭਾਵਨਾਵਾਂ ਨੂੰ ਵੀ ਠੇਸ ਪਹੁੰਚੀ ਆ। ਲੋਕ ਧਾਰਮਿਕ ਪੱਖ ਤੋਂ ਇਸ ਨਿਆਂ ਪ੍ਰਣਾਲੀ ਤੋਂ ਇੰਨਾ ਕੁ ਵਿਸ਼ਵਾਸ ਉਠਾ ਚੁੱਕੇ ਆ ਆਪਦਾ ਕਿ ਉਹਨਾਂ ਨੂੰ ਯਕੀਨ ਨਹੀਂ ਰਿਹਾ ਵੀ ਇਹ ਸਾਡੇ ਕਦੇ ਹੱਕਾਂ 'ਚ ਫੈਸਲੇ ਲਿਆਊਗੀ। ਬਿਲਕੁਲ, ਸਵਾਲ ਫਿਰ ਇਹੀ ਖੜੇ ਹੋ ਜਾਂਦੇ ਨੇ ਕਿ ਜੇ ਨਿਆਂ ਪ੍ਰਣਾਲੀਆਂ ਦੇ ਉੱਤੇ ਹੀ ਸਵਾਲ ਖੜੇ ਹੋਣੇ ਸ਼ੁਰੂ ਹੋ ਜਾਣ ਤਾਂ ਫਿਰ ਇਨਸਾਨ ਕਿੱਥੋਂ ਮੰਗੇਗਾ। ਕੁੰਵਰ ਵਿਜੇ ਪ੍ਰਤਾਪ ਉਹਨਾਂ ਦੀ ਜੇਕਰ ਮੈਂ ਗੱਲ ਕਰਦਾ ਤਾਂ ਕਿਵੇਂ ਦੀ ਤੁਹਾਡੇ ਉਹਨਾਂ ਨਾਲ ਡੀਲਿੰਗ ਰਹੀ ਹੈਗੀ ਇਸ ਪੂਰੀ ਇਨਵੈਸਟੀਗੇਸ਼ਨ ਦੇ ਵਿੱਚ, ਕਿਉਂਕਿ ਇਲਜ਼ਾਮ ਉਹਨਾਂ ਦੇ ਉੱਤੇ ਇਹ ਲੱਗਦੇ ਨੇ ਕਿ ਮਨਘੜਤ ਕਹਾਣੀਆਂ ਬੁਣੀਆਂ ਗਈਆਂ ਹੈਗੀਆਂ ਨੇ। ਤੁਹਾਡੇ ਵੱਲੋਂ ਹਾਲਾਂਕਿ ਜ਼ਰੂਰ ਆਪਣੀ ਸਟੇਟਮੈਂਟ ਰਿਕਾਰਡ ਕਰਵਾਈਆਂ ਗਈਆਂ ਹੋਣਗੀਆਂ, ਸਾਰਾ ਤੁਹਾਡੇ ਵੱਲੋਂ ਦੱਸਿਆ ਗਿਆ ਹੋਊਗਾ, ਪਰ ਕਿਵੇਂ ਦੇਖਦੇ ਹੋ ਕਿ ਇਹ ਜੋ ਜੱਜਮੈਂਟ ਦੇ ਵਿੱਚ ਲਿਖਿਆ ਗਿਆ ਹੈਗਾ ਕਿ ਫੋਨ ਦੇ ਉੱਤੇ ਗੱਲ ਕਰਨੀ ਕੋਈ ਗਲਤ ਨਹੀਂ ਹੈਗੀ, ਮੁੱਖ ਮੰਤਰੀ ਗੱਲ ਕਰ ਸਕਦਾ ਹੈਗਾ, ਸੱਚਾ ਸੌਦੇ ਵਾਲੀ ਦੇ ਮਾਮਲੇ ਦੇ ਵਿੱਚ ਅਕਸ਼ੇ ਕੁਮਾਰ ਵਾਲੇ ਕਹਿੰਦੇ ਕਹਾਣੀ ਮਨਘੜਤ ਸੀਗੀ, ਇਹੋ ਜਿਹੀਆਂ ਟਿੱਪਣੀਆਂ ਸਖਤ ਇੱਕ ਕੁੰਵਰ ਵਿਜੇ ਪ੍ਰਤਾਪ ਦੇ ਉੱਤੇ ਜੱਜ ਦੇ ਵੱਲੋਂ ਕਰਨੀਆਂ, ਕੀ ਲੱਗਦਾ ਹੈਗਾ ਤੁਹਾਨੂੰ? ਬਾਈ ਜੀ ਦੇਖੋ, ਆਪਾਂ ਗੱਲ ਕਰਦੇ ਮੈਂ ਚਲੋ ਇਹਨਾਂ ਦੀਆਂ ਗੱਲਾਂ ਸਾਰੀਆਂ ਮੰਨ ਲੈਂਦਾ, ਮੈਂ ਜੱਜ ਦੀ ਗੱਲ ਮੰਨ ਲੈਂਦਾ ਵੀ ਮਨਘੜਤ ਕਹਾਣੀ ਕੁੰਵਰ ਵਿਜੇ ਪ੍ਰਤਾਪ ਨੇ ਬਣਾ ਕੇ ਪੇਸ਼ ਕਰਤੀ, ਤੁਸੀਂ ਉਹਨਾਂ ਨੂੰ ਇਨਵੈਸਟੀਗੇਸ਼ਨ ਨੂੰ ਖਾਰਜ ਕਰਤਾ। ਪਰ ਮੈਂ ਇੱਥੇ ਉਸੇ ਇੱਕ ਜੱਜ ਨੂੰ ਸਵਾਲ ਕਰਨਾ ਚਾਹੁੰਦਾ, ਮੇਰੇ ਹੀ ਥਾਂ ਤੇ ਜੱਜ ਖੜਾ ਹੋਵੇ, ਮੇਰੇ ਪਿਓ ਨੂੰ ਮੇਰਾ ਭਰਾ ਚੱਕਦਾ ਹੋਵੇ, ਮੇਰੇ ਪਿਓ ਨੂੰ ਮੇਰੇ ਹੀ ਦਾਦਾ ਚੱਕਦਾ ਹੋਵੇ, ਗੋਲੀਆਂ ਦੇ ਨਾਲ ਉਹਦੀ ਲਾਸ਼ ਲੱਥਪੱਥ ਹੋਈ ਹੋਵੇ, ਖੂਨੋ ਖੂਨੀ ਹੋਈ ਹੋਵੇ, ਤੇ ਕੀ ਉਹ ਜੱਜ ਇਹ ਫਿਰ ਸਵਾਲ ਕਰੂਗਾ ਵੀ ਇੱਥੇ ਕੁਝ ਹੋਇਆ ਹੀ ਨਹੀਂ ਜਾਂ ਇਹ ਮਨਘੜਤ ਬਣਾਇਆ ਗਿਆ? ਸੋ ਇੱਕ ਸੈਂਟੀਮੈਂਟਲ ਵੀ ਹੁੰਦੇ ਆ, ਉਹ ਵੀ ਦੇਖਣੇ ਪੈਂਦੇ ਆ। ਬੰਦਿਆਂ ਦੀ ਮੌਤ ਹੋਈ ਆ, ਮਰਡਰ ਹੋਏ ਆ, ਉਹ ਵੀ ਪੁਲਿਸ ਦੀ ਗੋਲੀ ਦੇ ਨਾਲ ਹੋਏ ਆ, ਉਹਨਾਂ ਦਾ ਕੀ ਕਸੂਰ ਸੀ? ਤੁਸੀਂ ਅੱਜ ਉਹਨੂੰ ਮਨਘੜਤ ਬਣਾ ਕੇ ਦੇ ਰਹੇ ਹੋ। ਫਿਰ ਤੁਸੀਂ ਇਨਵੈਸਟੀਗੇਸ਼ਨ ਪੜ੍ਹੋ, ਦੇਖੋ ਬਈ ਉਹ ਉੱਥੇ ਪ੍ਰੈਜ਼ੈਂਟ ਹੈ ਕਿ ਨਹੀਂ। ਸੀਸੀਟੀਵੀ ਫੋਟੋ ਵਾਇਰਲ ਹੋ ਚੁੱਕੀਆਂ, ਚਰਨਜੀਤ ਸ਼ਰਮਾ ਅਜੀਤ ਦੇ ਗੋਲੀਆਂ ਮਾਰ ਰਿਹਾ ਕੋਟਕਪੂਰੇ ਦੇ ਵਿੱਚ, ਉਮਰਾਂ ਨੰਗਲ ਫੋਨ ਤੇ ਗੱਲਾਂ ਕਰ ਰਿਹਾ, ਕਿਹਦੇ ਨਾਲ ਕਰ ਰਿਹਾ? ਕੀ ਉਹ ਆਪਦੀ ਘਰ ਵਾਲੀ ਨਾਲ ਇੰਨਾ ਲੱਗਿਆ ਰਿਹਾ ਵੀ ਮੈਂ ਇੱਥੇ ਕੰਮ 'ਚ, ਕਿ ਉਹਨੂੰ ਇੰਨਾ ਹੀ ਫੋਨ ਹੀ ਇੰਨਾ ਜ਼ਰੂਰੀ ਸੀਗਾ ਵੀ ਜਿਹੜਾ ਉਹ ਕਿਸੇ ਨੂੰ ਡਾਇਰੈਕਸ਼ਨ ਨਹੀਂ ਦੱਸ ਰਿਹਾ ਸੀ? ਸੋ ਇਹ ਗੱਲਾਂ ਸਾਰੀਆਂ ਮੰਨਦੇ ਆ, ਸੀਐਮ ਡਿਪਟੀ ਸੀਐਮ ਡੀਜੀਪੀ ਨਾਲ ਗੱਲ ਕਰ ਸਕਦਾ, ਰੂਟੀਨ ਵਾਈਜ਼ ਗੱਲ ਕਰਦੇ ਹੋਣਗੇ, ਪਰ ਇੰਨੀ ਕੀ ਆਫਤ ਆਈ ਸੀ ਜਿਹੜੀ ਉਹਨਾਂ ਨੂੰ 5-5 10-10 ਮਿੰਟ ਬਾਅਦ ਜਾਂ ਅੱਧੇ ਘੰਟੇ 20-20 ਮਿੰਟ ਬਾਅਦ 15-15 ਲਗਾਤਾਰ ਮਿੰਟ ਗੱਲ ਕਰਨੀ ਪਈ? ਸੋ ਇਹ ਗੱਲਾਂ ਸਵਾਲ ਬਣਦੇ ਆ। ਪਰ ਜੱਜ ਸਾਹਿਬ ਦੇ ਫੈਸਲੇ ਆ ਜਿਹੜੇ ਉਹ ਬਹੁਤ ਗਲਤ ਆ। ਜੱਜ ਸਾਹਿਬ ਨੇ ਵੀ ਜੇ ਕਹਿੰਦੇ ਆ ਨਾ ਵੀ ਉਹਨਾਂ ਨੇ ਇੱਕ ਮਨਘੜਤ ਕਹਾਣੀ ਕੁੰਵਰ ਵਿਜੇ ਪ੍ਰਤਾਪ ਨੇ ਬਣਾਤੀ ਹੈ ਇਨਵੈਸਟੀਗੇਸ਼ਨ, ਤੇ ਉਸੇ ਤਰ੍ਹਾਂ ਹੀ ਤੁਹਾਨੂੰ 12 ਦਿਨਾਂ ਬਾਅਦ ਐਡੀ ਕੀ ਨੌਬਤ ਆਈ ਸੀ ਜਿਹੜੀ ਜੱਜਮੈਂਟ ਦੇਣੀ ਪਈ? ਜੱਜਮੈਂਟ 3-4 ਘੰਟੇ ਡਿਲੇ ਹੁੰਦੀ ਮੰਨਦੇ ਆ, ਵਿਦਨ 24 ਆਵਰ ਮੰਨ ਲੈਂਦੇ ਆਪਾਂ ਵੀ ਜੱਜਮੈਂਟ ਲਿਖਣ ਤੇ ਟਾਈਮ ਲੱਗ ਗਿਆ। ਪਰ ਇਹੋ ਜੀ ਕਿਹੜੀ ਜੱਜਮੈਂਟ ਸੀ ਜਿਹੜੀ 12 ਦਿਨ ਜ਼ਬਾਨੀ ਚੱਲੀ ਗਈ ਆ, 13ਵੇਂ ਦਿਨ ਆ ਕੇ ਜੱਜਮੈਂਟ ਬਣਦੀ ਆ, ਤੇ ਉਹ ਵੀ ਇਹ ਬਣਦੀ ਆ ਵੀ ਉਹ 'ਚ ਲਿਖਿਆ ਜਾਂਦਾ ਦਿਸ ਜੱਜਮੈਂਟ ਬੇਸਡ ਔਨ ਓਨਲੀ ਦੈਟ ਇੰਜਰਡ, ਮਤਲਬ ਜਿਹੜੇ ਜ਼ਖਮੀ ਹੋਏ ਆ, ਜਿਹੜੇ ਮਰਡਰ ਉਹਨਾਂ ਤੇ ਨਹੀਂ ਆ। ਕਹਿੰਦੇ ਕਿ ਪੁਲਿਸ ਵਾਲਿਆਂ ਦੇ ਬਿਆਨ ਇਹਦੇ ਵਿੱਚ ਨਹੀਂ ਹੈਗੇ, ਸਿਰਫ ਜਿਹੜੇ ਲੋਕਾਂ ਦੇ ਗੋਲੀਆਂ ਵੱਜੀਆਂ ਨੇ ਉਹਨਾਂ ਦੇ ਬਿਆਨ ਇਹਦੇ ਵਿੱਚ ਨੇ। ਦੇਖੋ, ਪੁਲਿਸ ਨੇ ਤਾਂ ਪਹਿਲੀ ਮਤਲਬ FIR ਹੀ ਕੱਟੀ ਸੀਗੀ ਵੀ ਉੱਥੇ ਬੰਦੇ ਹੀ ਪੁਲਿਸ ਵਾਲੇ ਜ਼ਖਮੀ ਹੋਏ ਆ, ਤਾਂ ਪੁਲਿਸ ਦੇ ਬਿਆਨ ਕਿਹੜੇ ਹਿਸਾਬ ਨਾਲ ਨੇ? 2 FIR ਇਹਨਾਂ ਦਾ ਕਾਰਨ ਹੀ ਇਹ ਬਣਦਾ ਕਿ ਉਹਦੇ ਵਿੱਚ ਪਹਿਲੀ ਜਿਹੜੀ FIR ਕੱਟੀ ਗਈ ਆ ਉਹ ਕੱਟੀ ਧਰਨੇ ਵਾਲਿਆਂ ਤੇ ਗਈ ਆ, ਕਹਿੰਦੇ ਵੀ ਇਹਨਾਂ ਨੇ ਹਮਲਾ ਕੀਤਾ। ਧਰਨੇ ਵਾਲੇ ਨੇ ਹਮਲਾ ਕਿਵੇਂ ਕਰਤਾ? ਸਪੀਚਾਂ ਕੱਢ ਕੇ ਦੇਖੋ, ਪੰਥਪ੍ਰੀਤ ਸਾਹਿਬ ਤਾਂ ਬੋਲ ਰਹੇ ਆ ਵੀ ਹਥਿਆਰ ਪਾਸੇ ਰੱਖ ਦਿਓ, ਤੁਹਾਡੇ ਕੋਲ ਸ੍ਰੀ ਸਭਾ ਪਾਸੇ ਰੱਖ ਦਿਓ, ਸੋਟੀਆਂ ਪਾਸੇ ਰੱਖ ਦਿਓ, ਤੁਸੀਂ ਚੱਕ ਕੇ ਬੰਦੇ ਜੇਲ੍ਹਾਂ ਸੜ ਤੇ, ਤੁਸੀਂ ਬੰਦਿਆਂ ਤੇ FIR ਮਤਲਬ ਸ਼ਰਲੇ ਮਾਰਤੇ, ਅਥਰੂ ਗੈਸ ਚਲਾਤੀ, ਪਾਣੀ ਦੀਆਂ ਵਿਛਾੜਾਂ ਚਲਾਤੀ। ਉੱਥੇ ਕੀ ਉਹ ਕਰ ਰਹੇ ਸੀਗੇ? ਇੱਕ ਗੁਰੂ ਦਾ ਪ੍ਰੋਟੈਸਟ ਕਰ ਰਹੇ ਸੀ ਨਾ, ਆਪਣਾ ਹੱਕ ਮੰਗ ਰਹੇ ਸੀ ਨਾ ਵੀ ਸਾਡੇ ਬੇਅਦਬੀ ਹੋਈ ਉਹਦਾ ਇਨਸਾਫ ਦਿਓ। ਸੋ ਇਹ ਗੱਲਾਂ ਜਿਹੜੀ ਕਿ ਵੀ ਟਿੱਪਣੀ ਕੀਤੀ, ਕਹਿੰਦੇ ਪੋਲੀਟੀਕਲ ਵੈਂਡੇਟਾ ਦੇ ਤਹਿਤ ਹੋਇਆ ਹੈਗਾ। ਲੱਗਦਾ ਕੁੰਵਰ ਵਿਜੇ ਪ੍ਰਤਾਪ ਨੂੰ ਬਿਆਨਬਾਜ਼ੀਆਂ ਜਿਹੜੀਆਂ ਉਹਨਾਂ ਨੇ ਕੀਤੀਆਂ ਮੀਡੀਆ ਦੇ ਵਿੱਚ ਆ ਕੇ ਉਹ ਅਵੋਇਡ ਕੀਤੀਆਂ ਜਾ ਸਕਦੀਆਂ ਸੀ? ਨਹੀਂ, ਜਦੋਂ ਕਿਸੇ ਨੂੰ ਕੋਈ ਨਿੱਜੀ ਟਾਰਗੇਟ ਕਰੂਗਾ ਤਾਂ ਬੰਦਾ ਚੁੱਪ ਨਹੀਂ ਰਹੂਗਾ। ਜਿਹੜੀ ਉਹਨਾਂ ਨੇ ਅੱਜ ਤੱਕ, ਪਹਿਲੀ ਗੱਲ ਤਾਂ ਮੀਡੀਆ 'ਚ ਮੈਂ ਤਾਂ ਉਹਨਾਂ ਨੂੰ ਦੇਖਿਆ ਨਹੀਂ ਜ਼ਿਆਦਾ ਸਨਮੁਖ ਹੁੰਦਾ। ਜੇ ਜ਼ਿਆਦਾ ਸਨਮੁਖ ਹੋਏ ਆ ਤਾਂ ਜਿਹੜੀ ਗੱਲ ਪਿੱਛੇ ਜੇ ਮਤਲਬ ਉਹਨਾਂ ਦੇ ਪਰਿਵਾਰਕ ਟਿੱਪਣੀਆਂ ਕੀਤੀਆਂ ਗਈਆਂ, ਹੁਣ ਵੀ ਉਹਨਾਂ ਦੇ ਪਰਿਵਾਰਕ ਟਿੱਪਣੀਆਂ ਨਿੱਜੀ ਟਾਰਗੇਟ ਕਰਦੇ ਆ, ਤਾਂ ਨਿੱਜੀ ਟਾਰਗੇਟ ਜੇ ਕਿਸੇ ਨੂੰ ਕਰੂਗਾ ਕੋਈ ਤਾਂ ਨਿੱਜੀ ਉਹਦਾ ਬੰਦਾ ਆਪਦਾ ਜਵਾਬ ਦੇ ਸਕਦਾ। ਉਹਨਾਂ ਨੇ ਕੇਸ ਦੇ ਰਿਲੇਟਡ ਜਵਾਬ ਨਹੀਂ ਦਿੱਤਾ ਹੋਣਾ, ਉਹ ਨਿੱਜੀ ਜਦੋਂ ਕੋਈ ਪਿਓ ਨੂੰ ਗਾਲ ਕੱਢੂਗਾ ਤਾਂ ਸੁਭਾਵਿਕ ਗੱਲ ਆ ਆਪਾਂ ਉਹਦਾ ਜਵਾਬ ਦੇਵਾਂਗੇ। ਇਸੇ ਤਰ੍ਹਾਂ ਹੀ ਉਸ ਪੋਲੀਟੀਕਲੀ ਧਿਰ ਵੱਲੋਂ ਉਹਨਾਂ ਨੂੰ ਨਿੱਜੀ ਟਾਰਗੇਟ ਕੀਤਾ ਗਿਆ ਤੇ ਉਹਨਾਂ ਨੇ ਉਹਨਾਂ ਦਾ ਜਵਾਬ ਦਿੱਤਾ। ਸੋ ਉਹ ਕੋਈ 2022 ਨੇੜੇ ਆ ਰਿਹਾ, 2017 ਦੀ ਮੈਂ ਗੱਲ ਕਰਦਾ ਤਾਂ 2017 ਦੇ ਵਿੱਚ ਮੁੱਦਾ ਬੇਅਦਬੀ ਦਾ ਹੀ ਸਭ ਤੋਂ ਜ਼ਿਆਦਾ ਗਰਮਾਇਆ ਸੀਗਾ, ਜਿਸ ਦੇ ਕਾਰਨ ਕਾਂਗਰਸ ਸੱਤਾ ਦੇ ਵਿੱਚ ਆ ਗਈ ਸੀ। ਹੁਣ 22 ਦੁਬਾਰਾ ਆ ਖੜਿਆ ਹੈ
ਤੇ ਆਪਣੇ ਹੀ ਕਾਂਗਰਸ ਦੇ ਵਿਧਾਇਕ, ਆਪਣੇ ਹੀ ਉਹਨਾਂ ਦੇ ਮੰਤਰੀ ਜਿਹੜੇ ਨੇ ਉਹ ਕੈਪਟਨ ਅਮਰਿੰਦਰ ਸਿੰਘ ਨੂੰ ਘੇਰਦੇ ਹੋਏ ਨਜ਼ਰ ਆ ਰਹੇ ਨੇ ਕਿ ਤੁਸੀਂ ਅਜੇ ਤੱਕ ਇਨਸਾਫ ਨਹੀਂ ਦਿਵਾਇਆ, ਸਾਨੂੰ ਲੋਕਾਂ ਨੂੰ ਜਵਾਬ ਦੇਣੇ ਔਖੇ ਹੋਗੇ। ਪਰ ਹੁਣ ਜੋ ਡਿਵੈਲਪਮੈਂਟ ਸ਼ੁਰੂ ਹੋ ਚੁੱਕੀਆਂ ਨੇ, ਪੰਥਕ ਜਥੇਬੰਦੀਆਂ ਇਕੱਠੀਆਂ ਹੋ ਰਹੀਆਂ ਨੇ, ਸਿਆਸੀ ਜਥੇਬੰਦੀਆਂ ਨਾਲ ਪਿੱਛੇ ਉਹਨਾਂ ਨੂੰ ਸਪੋਰਟ ਕਰ ਰਹੀਆਂ ਨੇ, ਕੀ ਲੱਗਦਾ ਕਿ ਇਹ ਵੀ 2022 ਦਾ ਹੀ ਲਾਹਾ ਜਿਹੜਾ ਹੈਗਾ ਇਹਨਾਂ ਦੇ ਵੱਲੋਂ ਲੈਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ? ਅਸਲ ਕੀ ਇਹਨਾਂ ਨੂੰ ਲੱਗਦਾ ਹੈ ਕਿ ਕਿਸੇ ਨੂੰ ਦੁੱਖ ਹੈਗਾ ਹੈ ਜੋ ਪਰਿਵਾਰਾਂ ਦੇ ਨਾਲ ਬੀਤੀ, ਉਹਨਾਂ ਨੂੰ ਇਨਸਾਫ ਦਿਵਾਉਣ ਦੇ ਵਿੱਚ ਕੋਈ ਤੁਹਾਨੂੰ ਲੱਗਦਾ ਹੈ ਕਿ ਇਹ ਇੰਨੀ ਕੁ ਸੰਜੀਦਗੀ ਦਿਖਾਉਂਦੇ ਪਏ? ਦੇਖੋ, ਮੈਂ ਇੱਥੇ ਹੀ ਗੱਲ ਕਹਿਣਾ, ਜਿਹੜੇ ਸਿਆਸੀ ਅੱਜ ਅਸਤੀਫੇ ਦੇ ਰਹੇ ਆ, ਡਰਾਮੇ ਕਰ ਰਹੇ ਆ, ਜਾਂ ਹੋ ਸਕਦਾ ਉਹਨਾਂ ਦੀ ਭਾਵਨਾਵਾਂ ਹੋਵੇ, ਮਤਲਬ ਨਿੱਜੀ ਵਿਚਾਰ ਉਹਨਾਂ ਦੇ ਹੋਣ, ਜੁੜੇ ਹੋਣ, ਪਰ ਉਹਨੂੰ ਜਨਤਕ ਕਰਨ ਲਈ ਆਪਾਂ ਇਕੱਲਾ ਅਸਤੀਫਾ ਨਹੀਂ ਕਹਿ ਸਕਦੇ ਵੀ ਅਸਤੀਫਾ ਦੇਤਾ ਤੇ ਉਹ ਮਹਾਨ ਹੋ ਗਏ। ਉਹਦੇ ਲਈ ਉਹਨਾਂ ਨੂੰ ਕੰਮ ਕਰਨਾ ਚਾਹੀਦਾ ਧਾਰਮਿਕ ਪੱਖ ਤੋਂ, ਰਾਜਨੀਤਿਕ ਪੱਖ ਤੋਂ। ਲੋਕਾਂ ਦੇ ਵਿੱਚ ਬੈਠੇ ਆ, ਉਹ ਲੋਕਾਂ ਨੇ ਨੁਮਾਇੰਦੇ ਬਣਾ ਕੇ ਉਹਨਾਂ ਨੂੰ ਭੇਜਿਆ, ਇਸ ਪਾਰਟੀ ਨੂੰ ਮੂਹਰੇ ਰੱਖਿਆ। ਇਹਦੇ ਵਿੱਚ ਉਹਨਾਂ ਨੇ ਮੋਰਚੇ 'ਚ ਆ ਕੇ ਵੀ ਇੱਕ ਸਹੁੰ ਖਾਧੀ ਸੀ। ਪਹਿਲੀ ਤਾਂ ਇਹਨਾਂ ਦੇ ਰਾਜੇ ਨੇ ਸਹੁੰ ਖਾਧੀ ਗੁਟਕਾ ਸਾਹਿਬ ਹੱਥ 'ਚ ਫੜ ਕੇ, ਦੂਸਰੀ ਉਹਨਾਂ ਨੇ ਮੋਰਚਾ ਚੱਕਣ ਵੇਲੇ ਸਹੁੰ ਖਾਧੀ ਇਹ ਸਜ਼ਾਵਾਂ ਦਿਵਾਉਣ ਵਾਸਤੇ। ਸੋ ਉਹਨਾਂ ਨੂੰ ਅਸਤੀਫੇ ਨਹੀਂ, ਮੈਂ ਕਹਾਂਗਾ ਵੀ ਉਹ ਆਪਣੀ ਸਰਕਾਰ ਤੇ ਪ੍ਰੈਸ਼ਰ ਬਿਲਡ ਕਰ ਸਕਦੇ ਆ, ਇਕੱਠੇ ਹੋ ਕੇ ਆਪਦੇ ਰਾਜੇ ਨੂੰ ਸਵਾਲ ਪੁੱਛ ਸਕਦੇ ਆ, ਉਹਨੂੰ ਫੋਰਸ ਕਰ ਸਕਦੇ ਆ ਵੀ ਜਿਹੜੇ ਸਹੀ ਆ ਉਹਨਾਂ ਤੇ ਕਾਰਵਾਈ ਕਰ, ਜਿਹੜੇ ਮਤਲਬ ਇਸ ਦੇ ਵਿੱਚ ਇਨਵੋਲਵਮੈਂਟ ਹੈਗੇ ਉਹਨਾਂ ਤੇ ਕਾਰਵਾਈ ਕਰ ਸਕਦੇ ਆ, ਕਿਉਂਕਿ ਗ੍ਰਹਿ ਵਿਭਾਗ ਵੀ ਆ, ਸਟੇਟ ਦੇ ਮੁਖੀ ਵੀ ਆ, ਉਹਨਾਂ ਦੇ ਅੰਡਰ ਸਾਰਾ ਕੁਝ ਚੱਲਦਾ ਵੀ ਹੈ। ਜੇ ਇੱਕ ਸਟੇਟ ਦਾ ਮੁਖੀ ਇਹ ਕਹਿ ਰਿਹਾ ਵੀ ਉਹਨੂੰ ਪਤਾ ਨਹੀਂ ਹੈ ਤਾਂ ਫਿਰ ਉਸ ਤੋਂ ਵੱਡੀ ਨਾਕਾਮੀ ਕੋਈ ਨਹੀਂ ਹੋ ਸਕਦੀ। ਦੂਸਰਾ, ਮੈਂ ਅਸਤੀਫੇ ਜਿਵੇਂ ਜਾਖੜ ਸਾਹਿਬ ਆ ਜਾਂ ਰੰਧਾਵਾ ਸਾਹਿਬ ਆ ਜਾਂ ਹੋਰ ਵੀ ਜਿਨ੍ਹਾਂ ਨੇ ਵੀ ਆ ਜਾਂ ਸਿੱਧੂ ਸਾਹਿਬ ਬੋਲ ਰਹੇ ਆ, ਸੋ ਉਹਨਾਂ ਨੂੰ ਮੇਰੀ ਇੱਕ ਰਿਕਵੈਸਟ ਆ ਵੀ ਧਾਰਮਿਕ ਪੱਖ ਤੋਂ ਆਓ, ਰਾਜਨੀਤਿਕ ਨਾ ਲੈ ਕੇ ਆਓ। ਲੋਕਾਂ ਦੇ ਵਿੱਚ ਮੁੱਦਾ ਇਹ ਨਾ ਹੋਵੇ ਤੁਹਾਡਾ ਵੀ ਅਸੀਂ ਤੁਹਾਨੂੰ ਵੋਟਾਂ ਪਾਓ, ਬਣਾਓ, ਅਸੀਂ ਨਵੀਂ ਪਾਰਟੀ ਬਣਾਉਣੀ ਆ ਤੇ ਫਿਰ ਤੁਹਾਡਾ ਮਸਲਾ ਹੱਲ ਕਰਾਂਗੇ। ਨਹੀਂ, ਤੁਸੀਂ ਇਸੇ ਹੀ ਪਾਰਟੀ ਦੇ ਵਿੱਚ ਰਹਿ ਕੇ ਤੁਸੀਂ ਮਸਲੇ ਹੱਲ ਕਰਾ ਸਕਦੇ ਹੋ, ਲੋਕਾਂ ਦੇ ਨਾਲ ਜੁੜ ਕੇ ਮਸਲੇ ਹੱਲ ਕਰਾ ਸਕਦੇ ਹੋ। ਹਰ ਇੱਕ ਪਾਸੇ ਵੋਟ ਰਾਜਨੀਤਿਕ ਨਹੀਂ ਰੱਖ ਕੇ ਕੰਮ ਲਏ ਜਾ ਸਕਦੇ। ਲੋਕਾਂ ਦੀਆਂ ਭਾਵਨਾਵਾਂ ਜੁੜੀਆਂ, ਬੇਅਦਬੀ ਦਾ ਮੁੱਦਾ ਹਰ ਇੱਕ ਸਿੱਖ ਦਾ ਮੁੱਦਾ, ਹਰ ਇੱਕ ਪੰਜਾਬੀ ਦਾ ਮੁੱਦਾ, ਉਹਨੂੰ ਹੱਲ ਕਰਨ ਦੇ ਲਈ ਆਪਾਂ ਇਕਜੁੱਟਤਾ ਕਰੀਏ, ਰਾਜਨੀਤਿਕ ਪੱਖ ਤੋਂ ਉੱਪਰ ਉੱਠ ਕੇ, ਤਾਂ ਹੱਲ ਹੋ ਸਕਦਾ। ਸਿੱਧੂ ਦਾ ਤੁਸੀਂ ਜ਼ਿਕਰ ਕੀਤਾ, ਨਵਜੋਤ ਸਿੰਘ ਸਿੱਧੂ ਪਿਛਲੇ ਲੰਬੇ ਸਮੇਂ ਤੋਂ ਹੁਣ ਸਿਰਫ ਬੇਅਦਬੀ ਮਾਮਲੇ ਨੂੰ ਲੈ ਕੇ ਹੀ ਸਰਕਾਰ ਨੂੰ ਸਵਾਲ ਖੜੇ ਕਰ ਰਹੇ ਨੇ ਔਰ ਕਿਤੇ ਨਾ ਕਿਤੇ ਅਕਾਲੀਆਂ ਦੇ ਉੱਤੇ ਹਮਲੇ ਕਰ ਰਹੇ ਨੇ। ਹਾਲਾਂਕਿ ਉਹੀ ਸਿੱਧੂ ਨੇ ਜਿਹੜੇ ਅਕਾਲੀ ਭਾਜਪਾ ਦੀ ਸਰਕਾਰ ਦੇ ਦੌਰਾਨ ਸੀਗੇ, ਉਦੋਂ ਉਹਨਾਂ ਨੇ ਆਵਾਜ਼ ਨਹੀਂ ਬੁਲੰਦ ਕੀਤੀ। 4 ਸਾਲ ਬੀਤ ਗਏ ਤਾਂ ਹੁਣ ਆਖਰੀ ਇਸੀ 2022 ਦੇ ਨੇੜੇ ਉਹਨਾਂ ਦੇ ਵੱਲੋਂ ਸਵਾਲ ਖੜੇ ਕੀਤੇ ਜਾ ਰਹੇ ਨੇ। ਸਿੱਧੂ ਦੀ ਮਨਸ਼ਾ ਕੀ ਨਜ਼ਰ ਆਉਂਦੀ ਹੈ? ਵਿਸਾਖੀ ਵਾਲੇ ਮੌਕੇ ਤਾਂ ਬੁਰਜ ਜਵਾਰ ਸਿੰਘ ਵਾਲਾ ਵੀ ਆ ਕੇ ਉਹ ਮੱਥਾ ਟੇਕ ਕੇ ਗਏ। ਦੇਖੋ, ਮੈਂ ਵੱਡੇ ਬਾਈ ਇੱਥੇ ਹੀ ਗੱਲ ਕਹਿਣਾ ਵੀ ਮੈਂ ਪਹਿਲਾਂ ਵੀ ਤੁਹਾਨੂੰ ਗੱਲ ਕਹਿ ਚੁੱਕਿਆ ਵੀ ਜੀ ਉਹ 3 ਸਾਲ ਚੁੱਪ ਰਹੇ ਆ, ਸਾਰੇ ਮਸਲਿਆਂ ਤੇ ਚੁੱਪ ਰਹੇ ਆ। ਅੱਜ ਉਹ ਬੇਅਦਬੀ ਤੇ ਬੋਲੇ ਆ, ਚਲੋ ਮੰਨ ਲੈਂਦੇ ਆ, ਦਰਦ ਆ, ਬੋਲ ਪਏ, ਠੀਕ ਆ, ਪਰ ਉਹਨੂੰ ਲੋਕਾਂ ਦੇ ਵਿੱਚ ਇੰਨਾ ਕੁ ਰੀਪ੍ਰੈਜ਼ੈਂਟ ਕਰੋ, ਆਪਣੀ ਰਾਜਨੀਤੀ ਨਾ ਚਮਕਾਓ, ਉਹਦੇ ਵਿੱਚ ਲੋਕਾਂ ਦੀਆਂ ਭਾਵਨਾਵਾਂ ਜੁੜੀਆਂ। ਕਿਉਂਕਿ ਜੇ ਆਪਾਂ ਗੱਲ ਕਰਦੇ ਨਾ ਸਰਕਾਰ ਬਣਾਉਣ ਵੇਲੇ ਜਿਹੜੇ ਵਾਅਦੇ ਉਹਨਾਂ ਨੇ ਕੀਤੇ, ਉਦੋਂ ਵੀ ਉਹ ਬੋਲੇ ਆ, ਉਦੋਂ ਵੀ ਉਹਨਾਂ ਨੇ ਕਿਹਾ ਵੀ ਅਸੀਂ ਇਹਨਾਂ ਨੂੰ ਅੰਦਰ ਛੱਡ ਦਿਆਂਗੇ, ਇਹ ਲੰਬੀ ਵਾਲਾ ਫਲਾਨਾ ਇਦਾਂ ਦਾ ਕਰਕੇ ਜਿਹੜੀਆਂ ਗੱਲਾਂ ਕੀਤੀਆਂ ਸਾਰਿਆਂ ਨੂੰ ਪਤਾ। ਉਹ ਅਸੀਂ ਇਹੀ ਗੱਲ ਕਹਿੰਦੇ ਆ ਵੀ ਤੁਸੀਂ ਆਪਣੀ ਸਰਕਾਰ ਤੇ ਅੱਜ ਸਵਾਲ ਚੁੱਕਣਾ, ਪਰ ਤੁਸੀਂ ਵੀ ਉਹ ਸਰਕਾਰ ਦਾ ਪਾਰਟ ਹੋ। ਤੁਹਾਡੀ ਸਰਕਾਰ ਤੇ ਸਾਰੇ ਸਵਾਲ ਚੁੱਕਦੇ ਆ, ਤੁਸੀਂ ਵੀ ਉਹ ਸਵਾਲਾਂ ਦੇ ਘੇਰੇ ਦੇ ਵਿੱਚ ਹੋ। ਤੁਸੀਂ ਆਪਣੇ ਮੇਨ ਜਿਹੜੇ ਕਰਿੰਦੇ ਆ ਉਹਨਾਂ ਨੂੰ ਸਵਾਲ ਕਰ ਸਕਦੇ ਹੋ, ਉਹਨਾਂ ਤੇ ਪ੍ਰੈਸ਼ਰ ਬਣਾ ਸਕਦੇ ਹੋ। ਇਸੇ ਸਰਕਾਰ 'ਚ ਰਹਿ ਕੇ ਸਾਰੇ ਇਕੱਠੇ ਹੋ ਕੇ ਇੱਕ ਮਸਲਾ ਇਕੱਲਾ ਬੇਅਦਬੀ ਦਾ ਹੀ ਆ, ਕੋਈ ਇਹਦੇ 'ਚ ਕਿਸੇ ਦਾ ਪੋਲੀਟੀਕਲ ਦਾ ਨਹੀਂ ਆ। ਇੱਕ ਗੁਰੂ ਦੀ ਬੇਅਦਬੀ ਆ ਤੇ ਜੀਵਤ ਗੁਰੂ ਆ ਜਿਹਨੂੰ ਸਾਰਿਆਂ ਨੇ ਸਾਂਝੀਵਾਲਤਾ ਦਾ ਉਪਦੇਸ਼ ਦਿੰਦੇ ਆ, ਜਿਹੜੇ ਸਾਰਿਆਂ ਦਾ ਮਤਲਬ ਦਰਜਾ ਗੁਰੂ ਦਾ ਜਿਹਨੂੰ ਮਿਲਿਆ। ਉਹਦੇ ਲਈ ਸਾਨੂੰ ਇਕੱਠੇ ਹੋ ਕੇ ਚੱਲਣਾ ਪਊਗਾ। ਉਹ ਅਸਤੀਫਿਆਂ ਨਾਲ ਨਹੀਂ ਆ, ਇਕੱਲੇ ਕਿਸੇ 'ਤੇ ਬੋਲਣ ਨਾਲ ਹੱਲ ਨਹੀਂ ਹੋਣਾ। ਉਹਦੇ ਲਈ ਸਾਨੂੰ ਵਿਉਂਤਬੰਦੀ ਬਣਾਉਣੀ ਪੈਣੀ ਆ। ਉਹਦੇ ਨਾਲ ਸਾਨੂੰ ਕੁਝ ਕੁ ਧਾਰਮਿਕ ਬਿਰਤੀ ਵਾਲੇ ਬੰਦੇ ਲੈਣੇ ਪੈਣਗੇ, ਕਿਉਂਕਿ ਜਿਹੜੇ ਇਸ ਚੀਜ਼ 'ਚ ਵਿਚਰਦੇ ਆ ਉਹਨਾਂ ਦੇ ਨਾਲ ਗੱਲਬਾਤ ਕਰਨੀ ਪਊਗੀ। ਤੇ ਰਾਜਨੀਤਿਕ ਪੱਖ ਵਾਲੇ ਆ ਉਹਨਾਂ ਨੂੰ ਇੰਨਾ ਕੁ ਅਵਾਇਡ ਕਰਨਾ ਪਊਗਾ, ਆਪਦੇ ਮਤਲਬ ਬਈ ਵੋਟਾਂ ਘਰੇ ਰੱਖ ਕੇ ਆਉਣ, ਹੱਲ ਇਕੱਲਾ ਮਸਲੇ ਦਾ ਉਹ ਲੈ ਕੇ ਆਉਣ। ਬਿਲਕੁਲ, ਵੋਟਾਂ ਘਰੇ ਰੱਖ ਕੇ ਆਉਣ। ਆਖਰ ਦੇ ਵਿੱਚ ਮੇਰਾ ਸਵਾਲ ਰਹੂਗਾ, ਗੱਲਬਾਤ ਹੋ ਰਹੀ ਹੈ, ਮੁੱਖ ਮੰਤਰੀ ਵੀ ਮੀਟਿੰਗਾਂ ਕਰ ਰਹੇ ਨੇ ਵਿਧਾਇਕਾਂ ਦੇ ਨਾਲ, ਤੇ ਜੋ ਚਰਚਾਵਾਂ ਆ ਰਹੀਆਂ ਨੇ ਇਹੀ ਹੈ ਕਿ 1-2 ਦਿਨਾਂ ਦੇ ਵਿੱਚ ਨਵੀਂ SIT ਦਾ ਗਠਨ ਹੋ ਜਾਊਗਾ। ਤੁਹਾਡਾ ਕੀ ਟੇਕ ਰਹੂਗਾ? SIT ਅੱਗੇ ਪੇਸ਼ ਹੋਵੋਗੇ, ਬਿਆਨ ਆਪਣੀ ਅੱਗੇ ਕੋਈ ਦਰਜ ਕਰਾਓਗੇ? ਸਾਡੇ ਬਿਆਨ ਪਹਿਲਾਂ ਹੀ 3-4 ਵਾਰੀ ਕਲਮਬੰਦ ਹੋ ਚੁੱਕੇ ਆ, ਚਾਹੇ ਜਸਟਿਸ ਜੋਰਾ ਸੀ, ਚਾਹੇ ਜਸਟਿਸ ਰਣਜੀਤ ਸੀ, ਚਾਹੇ SIT ਜੀ ਕੰਵਰ ਵਿਜੇ ਪ੍ਰਤਾਪ ਸੀ ਜਾਂ ਹੋਰ ਸੀ, ਪਬਲਿਕ ਕਮਿਸ਼ਨ ਜਸਟਿਸ ਮਾਰਕੰਡੇ ਕਾਰਟੂਜ ਬਣੇ ਆ, ਉਹਨਾਂ ਦੇ ਵੀ ਸਾਡੇ ਤਕਰੀਬਨ ਬਿਆਨ ਸੇਮ ਆ। ਸਾਰੇ ਸਾਡੇ ਬਿਆਨ ਵੀ ਰਹਿਣਗੇ, ਸਰਕਾਰ ਕੋਲੇ ਸਾਰਾ ਡਾਟਾ ਹੁੰਦਾ। ਇਹ ਤਾਂ ਨਹੀਂ ਆ ਵੀ ਜੀ ਕੰਵਰ ਵਿਜੇ ਪ੍ਰਤਾਪ ਉਹਨਾਂ ਦੀ ਰਿਪੋਰਟ ਖਾਰਜ ਹੋ ਗਈ ਆ ਤੇ ਉਹਨਾਂ ਦੇ ਬਿਆਨ ਖਤਮ ਹੋ ਗਏ। ਬਿਆਨ ਤਾਂ ਪਏ ਆ ਸਰਕਾਰ ਕੋਲੇ ਜਮ੍ਹਾਂ, ਉਹ ਚੱਕ ਕੇ ਉਹਨਾਂ ਤੇ ਆਧਾਰ ਤੇ ਆਪਦੀ ਰਿਪੋਰਟ ਬਣਾ ਕੇ ਦੇਖਦੇ ਆ ਵੀ ਇਹ 3-4 ਮਹੀਨੇ 'ਚ ਕੀ ਕਰਦੇ ਆ, ਕਰ ਸਕਦੇ ਆ। ਪਰ ਸਾਡੇ ਵੱਲੋਂ ਕਿਸੇ ਵੀ ਇਸ SIT ਦਾ ਕੋਈ ਵੀ ਸਮਰਥਨ ਨਹੀਂ ਕੀਤਾ ਜਾਊਗਾ। ਬਹੁਤ
ਬਹੁਤ ਧੰਨਵਾਦ ਧੰਨਵਾਦ ਕਰਨ ਦੀ। ਤਾਂ ਸੁਖਰਾਜ ਕਹਿ ਰਹੇ ਨੇ ਕਿ ਸਾਡੇ ਵੱਲੋਂ ਕੋਈ ਵੀ ਤਰੀਕੇ ਦਾ ਕਿਸੇ ਵੀ ਤਰੀਕੇ ਦਾ ਸਮਰਥਨ ਜਿਹੜਾ ਹੈਗਾ ਉਹ ਨਵੀਂ SIT ਨੂੰ ਨਹੀਂ ਕੀਤਾ ਜਾਊਗਾ, ਕਿਉਂਕਿ ਬਹੁਤ ਵਾਰ ਸਾਡੇ ਬਿਆਨ ਕਲਮਬੰਦ ਹੋ ਚੁੱਕੇ ਨੇ। ਇਸ ਤੋਂ ਪਹਿਲਾਂ ਕਮਿਸ਼ਨ ਬਣੀਆਂ, ਇਸ ਤੋਂ ਪਹਿਲਾਂ ਜਿਹੜੀ SIT ਬਣੀ ਉਹਨਾਂ ਦੇ ਵਿੱਚ ਬਿਆਨ ਕਲਮਬੰਦ ਨੇ। ਉਸੇ ਨੂੰ ਆਧਾਰ ਬਣਾ ਕੇ ਇਹ ਨਵੀਂ SIT ਕਾਰਵਾਈ ਕਰ ਸਕਦੀ ਹੈ। ਪਰ ਵੱਡਾ ਸਵਾਲ ਹੈ ਕਿ ਜੇਕਰ ਇਸੀ ਇਨਵੈਸਟੀਗੇਸ਼ਨ ਦੇ ਵਿੱਚੋਂ ਬਿਆਨ ਲਿੱਤੇ ਜਾਂਦੇ ਨੇ ਜਿਸ ਦੇ ਵਿੱਚ ਬਾਦਲਾਂ ਨੂੰ ਕਲੀਨ ਚਿੱਟ ਮਿਲੀ ਹੋਈ ਹੈ, ਤਾਂ ਕੀ ਇਸ ਦੇ ਵਿੱਚ ਕੋਈ ਇਨਸਾਫ ਦਵਾ ਪਾਉਣਗੇ ਇਹ SIT ਦੇ ਮੈਂਬਰ? ਕੈਮਰਾਮੈਨ ਬਜਿੰਦਰ ਦੇ ਨਾਲ ਗਗਨਦੀਪ ਸਿੰਘ, TV ਪੰਜਾਬ, ਚੰਡੀਗੜ੍ਹ। ਸਤਿ ਸ਼੍ਰੀ ਅਕਾਲ ਜੀ, ਮੈਂ ਨਿਰਮਲ ਮਾਨ, ਕੂੜਾ ਟੈਕਸ ਸੈਟਲਮੈਂਟ ਤੋਂ। ਇਹ ਤੁਸੀਂ ਵੀਡੀਓ ਦੇਖ ਰਹੇ ਸੀ TV ਪੰਜਾਬ ਦੇ ਉੱਤੇ। ਇਹੋ ਜਿਹੇ ਹੋਰ ਜਾਣਕਾਰੀ ਭਰਪੂਰ ਵੀਡੀਓ ਦੇਖਣ ਵਾਸਤੇ TV ਪੰਜਾਬ ਦੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਨਾਲ ਹੇਠ ਦਿੱਤੇ ਹੋਏ ਬੈਲ ਆਈਕਨ ਦੇ ਬਟਨ ਦਬਾਓ। ਸਤਿ ਸ਼੍ਰੀ ਅਕਾਲ।